4 ਆਪਾਂ ਸਟਾਰਟ ਕਰਦੇ ਹਾਂ। ਗੈਟਿੰਗ ਆਫ ਦ ਟ੍ਰੇਨ ਐਟ ਰਾਂਚੀ ਨੈਕਸਟ ਮਾਰਨਿੰਗ ਹੀ ਰੀਅਲਾਈਜ਼ਡ ਐਟ ਵੰਸ ਦੈਟ ਹੀ ਹੈਡ ਨੈਵਰ ਬੀਨ ਦੇਅਰ ਬਿਫੋਰ। ਟ੍ਰੇਨ ਤੋਂ ਉਤਰਦੇ ਸਮੇਂ ਉਸਨੇ ਤੁਰੰਤ ਰੀਅਲਾਈਜ਼ ਕੀਤਾ, ਠੀਕ ਹੈ, ਵਿਪਿਨ ਬਾਬੂ ਨੇ, ਕਿ ਹਾਂ ਇੱਥੇ ਤਾਂ ਉਹ ਕਦੇ ਵੀ ਨਹੀਂ ਆਇਆ। ਹੀ ਕੇਮ ਆਊਟ ਆਫ ਦ ਸਟੇਸ਼ਨ ਟੁੱਕ ਅ ਟੈਕਸੀ ਐਂਡ ਡਰੋਵ ਅਰਾਊਂਡ ਦਾ ਟਾਊਨ ਫॉर ਅ ਵਾਈਲ। ਟੈਕਸੀ ਕੀਤੀ ਸਟੇਸ਼ਨ ਤੋਂ ਬਾਹਰ ਆ ਕੇ, ਠੀਕ ਹੈ, ਇੱਕ ਟਾਊਨ ਦਾ ਗੇੜਾ ਲਗਾਇਆ, ਠੀਕ ਹੈ, ਕੁਝ ਸਮੇਂ ਲਈ। ਹੀ ਰੀਅਲਾਈਜ਼ਡ ਦੈਟ ਦ ਸਟਰੀਟਸ, ਦ ਬਿਲਡਿੰਗਸ, ਦ ਹੋਟਲਸ, ਦ ਬਾਜ਼ਾਰਸ, ਦ ਮੋਰਾਬਾਦੀ ਹਿੱਲ ਵਿਦ ਨਨ ਆਫ ਦੀਜ਼ ਹੈਡ ਦਾ ਸਲਾਈਟੈਸਟ ਐਕੁਐਂਟੈਂਸ। ਮਤਲਬ ਇਹ ਚੀਜ਼ਾਂ ਉਸਦੇ ਦਿਮਾਗ 'ਚ ਪਹਿਲਾਂ ਕਦੇ ਵੀ ਨਹੀਂ ਚੱਲੀਆਂ ਸੀ, ਠੀਕ ਹੈ, ਜਿਹੜੀਆਂ ਚੀਜ਼ਾਂ ਆਪਾਂ ਗਿਣੀਆਂ ਨੇ। ਵਿਦ ਨਨ ਆਫ ਦੀਜ਼ ਹੈਡ ਦਾ ਸਲਾਈਟੈਸਟ ਐਕੁਐਂਟੈਂਸ ਵੁੱਡ ਅ ਟ੍ਰਿਪ ਟੂ ਦਾ ਹੁਦਰੂ ਫਾਲਸ ਹੈਲਪ। ਉਸਨੇ ਆਪਣੇ ਮਾਈਂਡ ਦੇ ਵਿੱਚ ਹੀ ਸੋਚਿਆ ਕਿ ਹੁਦਰੂ ਫਾਲਸ ਦਾ ਕੋਈ ਟ੍ਰਿਪ ਮਤਲਬ ਉਸ ਨੂੰ ਹੈਲਪ ਕਰੇਗਾ। ਹੀ ਡਿਡੰਟ ਬਿਲੀਵ ਸੋ ਬਟ ਐਟ ਦ ਸੇਮ ਟਾਈਮ ਹੀ ਡਿਡੰਟ ਵਿਸ਼ ਟੂ ਲੀਵ ਵਿਦ ਦ ਫੀਲਿੰਗ ਦੈਟ ਹੀ ਹੈਡੰਟ ਟਰਾਈਡ ਇਨਫ, ਸੋ ਹੀ ਅਰੇਂਜਡ ਫॉर ਅ ਕਾਰ ਐਂਡ ਲੈਫਟ ਫॉर ਹੁਦਰੂ ਇਨ ਦਾ ਆਫਟਰਨੂਨ। ਮਤਲਬ ਉਸ ਨੂੰ ਇਹ ਗੱਲ 'ਤੇ ਯਕੀਨ ਤਾਂ ਨਹੀਂ ਸੀਗਾ, ਬਟ ਉਹ ਇਹ ਚਾਹੁੰਦਾ ਸੀਗਾ ਕਿ ਉਹ ਕੋਈ ਚੀਜ਼ ਮਿਸ ਨਾ ਕਰਦੇ, ਜਿਸ ਨੂੰ ਕਰਕੇ ਉਸ ਨੂੰ ਮਤਲਬ ਸਾਰੀ ਜ਼ਿੰਦਗੀ ਵਹਿਮ ਰਹੇ ਕਿ ਉਸਨੇ ਕਦੇ ਟਰਾਈ ਨਹੀਂ ਕੀਤਾ, ਠੀਕ ਹੈ, ਆਪਣੀ ਮੈਮਰੀ ਨੂੰ ਵਾਪਸ ਲਿਆਉਣ ਦਾ। ਸੋ ਉਸਨੇ ਤੁਰੰਤ ਇੱਕ ਕਾਰ ਅਰੇਂਜ ਕਰਕੇ, ਠੀਕ ਹੈ, ਹੁਦਰੂ ਦਾ ਮਤਲਬ ਕਿ ਇੱਕ ਗੇੜਾ ਲਾਉਣ ਦੀ ਸੋਚੀ ਆਫਟਰਨੂਨ ਦੇ ਵਿੱਚ। ਐਟ 5 o'clock ਦ ਸੇਮ ਆਫਟਰਨੂਨ ਇਨ ਹੁਦਰੂ ਟੂ ਗੁਜਰਾਤੀ ਜੈਂਟਲਮੈਨ ਫਰੋਮ ਦ ਗਰੁੱਪ ਆਫ ਪਿਕਨਿਕਰਸ discovered Bipin Babu lying unconscious beside the boulder. When he came round, the first thing Bipin Babu said was, I am finished, there is no hope left. 5 ਵਜੇ ਕਹਿੰਦੇ ਸੇਮ ਆਫਟਰਨੂਨ ਹੁਦਰੂ ਦੇ ਜਾ ਕੇ ਦੋ ਗੁਜਰਾਤੀ ਜੈਂਟਲਮੈਨ ਪਿਕਨਿਕਰਸ ਦੇ ਗਰੁੱਪ ਦੇ ਵਿੱਚੋਂ ਸੀਗੇ, ਉਹਨਾਂ ਨੇ ਵਿਪਿਨ ਬਾਬੂ ਨੂੰ ਲੱਭਿਆ ਲਾਇੰਗ ਮਤਲਬ ਕਿ ਅਨਕੌਂਸ਼ੀਅਸ, ਮਤਲਬ ਕਿ ਉਹ ਆਪਣਾ ਹੋਸ਼ ਹਵਾਸ ਖੋ ਬੈਠਾ ਸੀ, ਠੀਕ ਹੈ। ਵੈਨ ਹੀ ਕੇਮ ਰਾਊਂਡ ਦ ਫਸਟ ਥਿੰਗ ਵਿਪਿਨ ਬਾਬੂ ਸੈਡ, ਮਤਲਬ ਜਦੋਂ ਉਸ ਨੂੰ ਦੁਬਾਰਾ ਹੋਸ਼ ਆਇਆ, ਠੀਕ ਹੈ, ਅਨਕੌਂਸ਼ ਮਤਲਬ ਬੇਹੋਸ਼ੀ ਦੀ ਹਾਲਤ ਦੇ ਵਿੱਚ, ਠੀਕ ਹੈ, ਮਤਲਬ ਉਸ ਦਾ ਦਿਮਾਗ ਆਪਾਂ ਕਹਿ ਲਈਏ ਵੀ ਉਸ ਨੂੰ ਮਾਇੰਡ ਨੂੰ ਕੋਈ ਰਿਲੀਫ ਨਹੀਂ ਹੋਇਆ, ਠੀਕ ਹੈ। ਜਦੋਂ ਉਸ ਨੂੰ ਦੁਬਾਰਾ ਹੋਸ਼ ਆਇਆ, ਠੀਕ ਹੈ, ਪਹਿਲੀ ਗੱਲ ਉਹਨੇ ਬੋਲੀ, ਕਹਿੰਦਾ ਮੈਂ ਬਿਲਕੁਲ ਖ਼ਤਮ ਹੋ ਚੁੱਕਿਆ, ਮੇਰੇ ਕੋਲ ਕੋਈ ਉਮੀਦ ਬਚੀ ਨਹੀਂ। ਨੈਕਸਟ ਮਾਰਨਿੰਗ ਵਿਪਿਨ ਬਾਬੂ ਵਾਜ਼ ਬੈਕ ਇਨ ਕੈਲਕਟਾ। ਹੀ ਰੀਅਲਾਈਜ਼ਡ ਦੈਟ ਦੇਅਰ ਵਾਜ਼ ਟਰੂਲੀ ਨੋ ਹੋਪ ਫॉर ਹਿਮ। ਅਗਲੀ ਸੁਬਾਹ ਉਹ ਵਾਪਸ ਕਲਕੱਤਾ ਚਲੇ ਗਏ, ਠੀਕ ਹੈ। ਉਸ ਨੂੰ ਮਤਲਬ ਕਿ ਪੱਕਾ ਯਕੀਨ ਹੋ ਗਿਆ ਕਿ ਉਸ 'ਤੇ ਕੋਈ ਉਮੀਦ ਨਹੀਂ ਬਚੀ। ਸੂਨ ਹੀ ਵੁੱਡ ਲੂਜ਼ ਐਵਰੀਥਿੰਗ ਹੀ ਵਿਲ ਟੂ ਵਰਕ ਹਿਸ ਕੌਨਫੀਡੈਂਸ ਹਿਸ ਅਬਿਲਿਟੀ ਹਿਸ ਬੈਲੈਂਸ ਆਫ ਮਾਇੰਡ। ਮਤਲਬ ਕਿ ਉਸ ਨੂੰ ਇਹ ਗੱਲਾਂ ਸਾਰੀਆਂ ਯਕੀਨ ਹੋਣ ਲੱਗ ਗਿਆ ਕਿ ਉਹ ਛੇਤੀ ਕੁਛ ਨਾ ਕੁਛ ਮਤਲਬ ਕਿ ਖੋਂਦਾ ਜਾਊਗਾ, ਠੀਕ ਹੈ। ਖੋਂਦਾ ਮਤਲਬ ਕਿ ਇਨ ਦਾ ਸੈਂਸ ਹੌਲੀ ਹੌਲੀ ਉਸ ਦਾ ਜਿਹੜਾ ਵੈਲਥ ਹੈ, ਉਸ ਦਾ ਮਾਇੰਡ ਹੈ, ਉਸ ਦੀ ਜੋਬ ਹੈ, ਉਹ ਸਾਰਾ ਕੁਛ ਇੱਕ ਹੌਲੀ ਹੌਲੀ ਕਰਕੇ ਉਸ ਤੋਂ ਚਲਿਆ ਜਾਏਗਾ, ਠੀਕ ਹੈ। ਉਸ ਨੂੰ ਇਹ ਵੀ ਯਕੀਨ ਹੋ ਗਿਆ ਸੀ ਕਿ ਉਸ ਤੋਂ ਉਸ ਦਾ ਕੰਮ ਕਰਨ ਦੀ ਇੱਛਾ ਸੀ ਜਿਹੜੀ, ਉਹ ਵੀ ਹੌਲੀ ਹੌਲੀ ਉਸ ਤੋਂ ਚਲੀ ਜਾਏਗੀ, ਠੀਕ ਹੈ। ਵਾਜ਼ ਹੀ ਗੋਇੰਗ ਟੂ ਐਂਡ ਅਪ ਇਨ ਦਾ ਸਿਮੂਲੇਟ। ਵਿਪਿਨ ਬਾਬੂ ਕੁਡਨਟ ਥਿੰਕ ਐਨੀ ਮੋਰ। ਮਤਲਬ ਉਸ ਨੂੰ ਇੱਥੋਂ ਤੱਕ ਸੋਚਣਾ ਪੈ ਗਿਆ ਕਿ ਉਹ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਇੱਕ ਆਸ਼ਰਮ ਦੇ ਵਿੱਚ ਕੱਟੇਗਾ, ਠੀਕ ਹੈ। ਸਿਮੁਲ ਅਤੇ ਬੱਚੇ ਹੁੰਦਾ ਗਾ, ਮਤਲਬ ਕਿ ਜਿੱਦਾਂ ਹੁਣ ਐਂਡ 'ਤੇ ਇੱਕ ਬਿਰਧ ਆਸ਼ਰਮ ਹੁੰਦੇ ਨੇ, ਠੀਕ ਹੈ, ਜਿੱਦਾਂ ਦੇ ਜਿਹੜੇ ਕਿ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿਸੇ ਹੋਮਲੈਸ ਪਰਸਨ ਲਈ ਹੁੰਦੇ ਨੇ, ਠੀਕ ਹੈ। ਵਿਪਿਨ ਬਾਬੂ ਕੁਡਨਟ ਥਿੰਕ ਐਨੀ ਮੋਰ, ਮਤਲਬ ਇਸ ਤੋਂ ਵੱਧ ਉਹ ਹੋਰ ਕੀ ਸੋਚ ਸਕਦਾ ਸੀ, ਠੀਕ ਹੈ। ਬੈਕ ਹੋਮ ਹੀ ਰੈਂਗ ਅਪ ਡਾਕਟਰ ਚੰਦਾ ਐਂਡ ਆਸਕਡ ਹਿਮ ਟੂ ਕਮ ਓਵਰ। ਦੈਨ ਆਫਟਰ ਸ਼ਾਰ ਹੀ ਗੋਟ ਇਨ ਟੂ ਬੈਡ ਵਿਦ ਐਨ ਆਈਸ ਪੈਕ ਕਲੈਂਪਡ ਔਨ ਹਿਸ ਹੈਡ। ਜਸਟ ਦੈਨ ਦ ਸਰਵੈਂਟ ਬਰੋਟ ਹਿਮ ਅ ਲੈਟਰ ਵਿਚ ਸਮਵਨ ਹੈਡ ਲੈਫਟ ਇਨ ਦ ਲੈਟਰ ਬਾਕਸ। ਮਤਲਬ ਘਰ ਜਾ ਕੇ ਉਸਨੇ ਡਾਕਟਰ ਚੰਦਾ ਨੂੰ ਬੁਲਾਇਆ ਅਤੇ ਉਸਨੂੰ ਮਤਲਬ ਇਹ ਕਿਹਾ ਗਿਆ ਕਿ ਜਲਦੀ ਆ ਕੇ ਮੇਰਾ ਚੈੱਕਅਪ ਕਰਕੇ ਜਾਓ। ਫਿਰ ਉਸਨੇ ਸ਼ਾਵਰ ਲਿਆ, ਠੀਕ ਹੈ। ਉਸ ਤੋਂ ਬਾਅਦ ਬੈੱਡ ਦੇ ਵਿੱਚ ਲੇਟ ਗਿਆ, ਆਈਸ ਬੈਗ ਨੂੰ ਆਪਣੇ ਮੱਥੇ ਦੇ ਉੱਤੇ ਰੱਖ ਲਿਆ ਅਤੇ ਫਿਰ ਉਸ ਤੋਂ ਬਾਅਦ ਤੁਰੰਤ ਬਾਅਦ ਉਸ ਦਾ ਸਰਵੈਂਟ ਇੱਕ ਲੈਟਰ ਲੈ ਕੇ ਆਇਆ ਜਿਹੜਾ ਕਿ ਕੋਈ ਛੱਡ ਕੇ ਗਿਆ ਸੀ ਉਸ ਦੇ ਲਈ ਲੈਟਰ ਬਾਕਸ ਦੇ ਵਿੱਚ। ਅ ਗ੍ਰੀਨਿਸ਼ ਐਨਵਿਲਪ ਵਿਦ ਹਿਸ ਨੇਮ ਇਨ ਰੈਡ ਇੰਕ ਔਨ ਇਟ। ਗ੍ਰੀਨ ਕਲਰ ਦਾ ਐਨਵਿਲਪ ਸੀ, ਉਹਦਾ ਨਾਮ ਸੀ ਵਿਪਿਨ ਬਾਬੂ ਦਾ ਉੱਤੇ, ਅਤੇ ਰੈੱਡ ਇੰਕ ਨਾਲ ਲਿਖਿਆ ਹੋਇਆ ਸੀ ਦਾ ਨੇਮ। ਇਟ ਸੈਡ ਅਰਜੈਂਟ ਐਂਡ ਕੌਨਫੀਡੈਂਸ਼ੀਅਲ ਇਨ ਸਪਾਈਟ ਆਫ ਦਿਸ ਕੰਡੀਸ਼ਨ ਵਿਪਿਨ ਬਾਬੂ ਹੈਡ ਅ ਫੀਲਿੰਗ ਦੈਟ ਹੀ ought ਟੂ ਗੋ ਥਰੂ ਦ ਲੈਟਰ। ਉਸ ਦੇ ਉੱਤੇ ਲਿਖਿਆ ਸੀ ਅਰਜੈਂਟ ਐਂਡ ਕੌਨਫੀਡੈਂਸ਼ੀਅਲ, ਮਤਲਬ ਅਰਜੈਂਟ ਦਾ ਮਤਲਬ ਜ਼ਰੂਰੀ, ਕੌਨਫੀਡੈਂਸ਼ੀਅਲ ਮਤਲਬ ਸਿਰਫ ਜਿਹਦਾ ਨਾਮ ਲਿਖਿਆ ਉਹੀ ਪੜ੍ਹ ਸਕਦਾ। ਮਤਲਬ ਕਿ ਆਪਣੀ ਕੰਡੀਸ਼ਨ ਦੇ ਬਾਵਜੂਦ ਉਸਨੇ ਲੈਟਰ ਦੇ ਥਰੂ ਮਤਲਬ ਹੋਣ ਦਾ ਲੈਟਰ ਪੜ੍ਹਨ ਦਾ ਫੈਸਲਾ ਕੀਤਾ। ਹੀ ਟੋਰ ਓਪਨ ਦਾ ਐਨਵਿਲਪ ਐਂਡ ਟੁੱਕ ਆਊਟ ਦਾ ਲੈਟਰ। ਦਿਸ ਇਜ਼ ਵਟ ਹੀ ਰੈਡ। ਐਨਵਿਲਪ ਫਾੜਿਆ ਅਤੇ ਬਾਹਰ ਕੱਢਿਆ ਲੈਟਰ। ਉਸ ਤੋਂ ਬਾਅਦ ਉਸਨੇ ਕੀ ਪੜ੍ਹਿਆ ਦੇਖਦੇ ਹਾਂ। ਡੀਅਰ ਵਿਪਿਨ, ਆਈ ਹੈਡ ਨੋ ਆਈਡੀਆ ਦੈਟ ਐਫਲੂਐਂਸ ਵੁੱਡ ਬ੍ਰਿੰਗ ਅਬਾਊਟ ਦਾ ਕਾਈਂਡ ਆਫ ਚੇਂਜ ਇਨ ਯੂ ਦੈਟ ਇਟ ਹੈਜ਼ ਡਨ।
ਕਹਿੰਦਾ ਪਿਆਰੇ ਵਿਪਿਨ, ਮੈਨੂੰ ਕੋਈ ਆਈਡੀਆ ਵੀ ਨਹੀਂ ਸੀ ਕਿ ਅਮੀਰਤਾ ਹੈ ਜਿਹੜੀ ਜਾਂ ਅਮੀਰੀ ਹੈ, ਠੀਕ ਹੈ, ਤੇਰੇ ਮਾਈਂਡ ਦੇ ਉੱਤੇ ਇੰਨਾ ਚੇਂਜ ਕਰ ਦੂਗੀ ਜਿੰਨਾ ਤੂੰ ਅੱਜ ਹੋ ਚੁੱਕਿਆ। ਵਾਜ਼ ਇਟ ਸੋ ਡਿਫੀਕਲਟ ਫॉर ਯੂ ਟੂ ਹੈਲਪ ਆਊਟ ਐਨ ਓਲਡ ਫਰੈਂਡ ਡਾਊਨ ਔਨ ਹਿਸ ਲੱਕ, ਕਿ ਤੇਰੇ ਵਾਸਤੇ ਇੰਨਾ ਮੁਸ਼ਕਿਲ ਸੀ ਇੱਕ ਹਾਲਾਤਾਂ ਦੇ ਮਾਰੇ ਹੋਏ ਫਰੈਂਡ ਦੀ ਮਦਦ ਕਰਨਾ। ਆਈ ਹੈਵ ਨੋ ਮਨੀ ਸੋ ਮਾਈ ਰਿਸੋਰਸਿਸ ਆਰ ਲਿਮਿਟਡ, ਮੇਰੇ ਕੋਲ ਕੋਈ ਪੈਸਾ ਨਹੀਂ ਸੀ, ਸੋ ਜਿਹੜੇ ਮੇਰੇ ਰਿਸੋਰਸਿਸ ਸੀ ਜਿੱਥੋਂ ਮੈਨੂੰ ਕੋਈ ਇਨਕਮ ਹੋਣੀ ਸੀ ਉਹ ਲਿਮਿਟਡ ਸੀ, ਠੀਕ ਹੈ। ਵਟ ਆਈ ਹੈਵ is imagination, a part of which I used in retribution of your unfeeling behavior, ਮੇਰੇ ਕੋਲ ਸਿਰਫ ਇੱਕ ਇਮੈਜੀਨੇਸ਼ਨ ਸੀ ਜਿਸ ਦਾ ਇੱਕ ਛੋਟਾ ਜਿਹਾ ਹਿੱਸਾ ਜਿਸ ਮਤਲਬ ਕਿ ਤੈਨੂੰ ਮੈਂ ਪਨਿਸ਼ਮੈਂਟ ਦੇ ਵਿੱਚ ਦੇਤਾ ਤੇਰੇ ਜਿਹੜੇ ਮਤਲਬ ਮੇਰੇ ਪ੍ਰਤੀ ਜਿਹੜਾ ਤੇਰਾ ਬਿਹੇਵੀਅਰ ਸੀ ਉਹਨੂੰ ਚੇਂਜ ਕਰਨ ਦੇ ਲਈ। ਵੈਲ ਯੂ ਵਿਲ ਬੀ ਆਲ ਰਾਈਟ ਅਗੇਨ ਨਾਓ, ਅ ਨੋਬਲ ਆਈ ਹੈਵ ਰਿਟਨ ਇਜ਼ ਬੀਂਗ ਕੰਸੀਡਰਡ ਬਾਈ ਅ ਪਬਲਿਸ਼ਰ, ਪਰ ਕਹਿੰਦਾ ਹੁਣ ਸਾਰਾ ਕੁਝ ਸਹੀ ਹੋ ਜਾਊਗਾ, ਠੀਕ ਹੈ। ਇੱਕ ਨੋਵਲ ਸੀ ਜਿਹੜਾ ਮੈਂ ਲਿਖਿਆ ਸੀ, ਉਹ ਇੱਕ ਪਬਲਿਸ਼ਰ ਨੇ ਉਸ ਦੇ ਲਈ ਉਸਨੂੰ ਪਬਲਿਸ਼ ਕਰਨ ਦੇ ਲਈ ਹਾਂ ਕੀਤੀ ਹੈ। ਇਫ ਹੀ ਲਾਈਕਸ ਇਟ ਇਨਫ ਇਟ ਵਿਲ ਸੀ ਥਰੂ ਦਾ ਨੈਕਸਟ ਫਿਊ ਮੰਥਸ, ਮਤਲਬ ਕਿ ਜੇ ਉਹਨੂੰ ਹੋਰ ਜ਼ਿਆਦਾ ਪਸੰਦ ਆਇਆ ਉਹ ਅਗਲੇ ਕੁਛ ਮਹੀਨਿਆਂ ਦੇ ਵਿੱਚ ਉਹ ਪਬਲਿਸ਼ ਹੋ ਕੇ ਮਾਰਕੀਟ ਦੇ ਵਿੱਚ ਆ ਜਾਊਗਾ, ਠੀਕ ਹੈ, ਜਿਸ ਨਾਲ ਮੇਰੇ ਸੋਰਸਿਸ ਨੇ ਜਿਹੜੇ ਵੱਧ ਜਾਣਗੇ। ਯੋਰਸ ਚੁੰਨੀ ਲਾਲ, ਮਤਲਬ ਇਹ ਲੈਟਰ ਚੁੰਨੀ ਲਾਲ ਨੇ ਲਿਖਿਆ ਸੀ ਵਿਪਨ ਚੌਧਰੀ ਦੇ ਲਈ। ਵੈਨ ਡਾਕਟਰ ਚੰਦਾ ਕੇਮ ਵਿਪਨ ਬਾਬੂ ਸੈਡ ਆਈ ਐਮ ਫਾਈਨ, ਇਟ ਆਲ ਕੇਮ ਬੈਕ ਐਜ਼ ਸੂਨ ਐਜ਼ ਆਈ ਗੋਟ ਆਫ ਦਾ ਟ੍ਰੇਨ ਐਟ ਰਾਂਚੀ, ਜਦੋਂ ਡਾਕਟਰ ਚੰਦਾ ਆਏ ਤਾਂ ਵਿਪਨ ਬਾਬੂ ਨੇ ਕਿਹਾ ਕਿ ਹਾਂ ਮੈਂ ਬਿਲਕੁਲ ਸਹੀ ਹਾਂ। ਜਦੋਂ ਮੈਂ ਟ੍ਰੇਨ ਤੋਂ ਉਤਰਿਆ ਰਾਂਚੀ ਦੇ ਵਿੱਚ ਜਾ ਕੇ ਉਸ ਸਮੇਂ ਸਾਰਾ ਕੁਛ ਮੈਨੂੰ ਵਾਪਸ ਯਾਦ ਆ ਗਿਆ। ਇਹ ਯੂਨੀਕ ਕੇਸ ਸੈਡ ਡਾਕਟਰ ਚੰਦਾ, ਆਈ ਸ਼ੈਲ ਸਰਟੇਨਲੀ ਰਾਈਟ ਅਬਾਊਟ ਇਟ ਇਨ ਅ ਮੈਡੀਕਲ ਜਰਨਲ, ਡਾਕਟਰ ਚੰਦਾ ਨੇ ਕਿਹਾ ਇਹ ਇੱਕ ਅਜੀਬ ਕੇਸ ਹੈ, ਯੂਨੀਕ ਮਤਲਬ ਪਹਿਲੀ ਵਾਰ ਹੋਇਆ ਇੱਦਾਂ, ਠੀਕ ਹੈ। ਅਤੇ ਆਈ ਸਰਟਨਲੀ ਮਤਲਬ ਇਹ ਮੈਨੂੰ ਮੈਡੀਕਲ ਜਰਨਲ ਜਿਹਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਕੇਸ, ਠੀਕ ਹੈ, ਡਾਕਟਰ ਲਿਖਦੇ ਨੇ, ਉਸ ਦੇ ਵਿੱਚ ਲਿਖਣਾ ਪਊਗਾ। ਦ ਰੀਜ਼ਨ ਵਾਈ ਆਈ ਸੈਂਟ ਫॉर ਯੂ ਸੈਡ ਵਿਪਨ ਬਾਬੂ ਇਜ਼ ਦੈਟ ਆਈ ਹੈਵ ਅ ਪੇਨ ਇਨ ਦ ਹਿਪ ਫਰੋਮ ਅ ਫਾਲ ਆਈ ਹੈਡ ਇਨ ਰਾਂਚੀ, ਇਫ ਯੂ ਕੁਡ ਪ੍ਰਿਸਕ੍ਰਾਈਬ ਅ ਪੇਨ ਕਿਲਰ। ਵਿਪਨ ਬਾਬੂ ਕਹਿੰਦੇ ਮੈਂ ਤੁਹਾਨੂੰ ਕਿਉਂ ਸੱਦਿਆ, ਉਹਦਾ ਕਾਰਨ ਇਹ ਹੈ ਕਿ ਮੈਂ ਰਾਂਚੀ ਦੇ ਵਿੱਚ ਡਿੱਗ ਕੇ ਮੇਰੇ ਹਿੱਪ ਦੇ ਵਿੱਚ ਪੇਨ ਹੋ ਰਹੀ ਸੀ, ਠੀਕ ਹੈ, ਡਿੱਗਣ ਕਾਰਨ ਸੱਟ ਲੱਗੀ, ਠੀਕ ਹੈ, ਜਿਸ ਦੇ ਕਾਰਨ ਮੇਰੇ ਹਿੱਪ ਦੇ ਵਿੱਚ ਪੇਨ ਹੋ ਰਹੀ ਹੈ ਅਤੇ ਮੈਨੂੰ ਇੱਕ ਪੇਨ ਕਿਲਰ ਸੁਜੈਸਟ ਕਰ ਦਿਓ, ਠੀਕ ਹੈ, ਜਿਸ ਦੇ ਨਾਲ ਮੇਰੀ ਜਿਹੜੀ ਚੋਟ ਹੈ ਜਾਂ ਸੱਟ ਹੈ ਉਹ ਠੀਕ ਹੋ ਜਾਵੇ। ਸੋ ਇਹ ਸੀ ਆਪਣੀ ਸਟੋਰੀ ਸੱਤਿਆਜੀਤ ਰੇ ਦੁਆਰਾ ਲਿਖੀ ਗਈ। ਮਤਲਬ ਕਿ ਇਹਦੇ ਵਿੱਚ ਆਪਾਂ ਕੀ ਪੜ੍ਹਿਆ ਗਾ, ਠੀਕ ਹੈ, ਜਿਹੜਾ ਚੁੰਨੀ ਲਾਲ ਸੀ ਉਹ ਸਟੋਰੀਆਂ ਰਾਈਟ ਕਰਦਾ ਸੀ, ਠੀਕ ਹੈ, ਉਸ ਇਮੈਜੀਨੇਸ਼ਨ ਚਾਹੀਦੀ ਹੈ, ਠੀਕ ਹੈ, ਸਟੋਰੀ ਲਿਖਣ ਦੇ ਲਈ, ਅਤੇ ਉਸਨੇ ਇੱਕ ਆਪਣੀ ਹੀ ਸਟੋਰੀ ਬਣਾ ਲਈ ਜਿਹੜੀ ਕਿ ਉਸਨੇ ਵਿਪਨ ਚੌਧਰੀ ਨੂੰ ਸੁਣਾਈ ਕਿ ਹਾਂ ਮੈਂ ਉਹ ਪਰਸਨ ਹਾਂ ਜਿਹੜਾ ਤੈਨੂੰ ਰਾਂਚੀ ਦੇ ਵਿੱਚ ਮਿਲਿਆ ਸੀ। ਰਾਂਚੀ ਦੇ ਵਿੱਚ ਇੱਕ ਹੋਰ ਪਰਸਨ ਸੀ ਜਿਹੜਾ ਕਿ ਆਪਣੇ ਦੋਨਾਂ ਨਾਲ ਰਿਹਾ ਸੀ, ਠੀਕ ਹੈ। ਇਹ ਗੱਲਾਂ ਕਰਦੇ ਕਰਦੇ ਮਤਲਬ ਕਿ ਚੁੰਨੀ ਲਾਲ ਨੇ ਨਹੀਂ ਉਹ ਕੋਈ ਹੋਰ ਪਰਸਨ ਪਲਾਨ ਕੀਤਾ, ਠੀਕ ਹੈ, ਜਿਸ ਨੇ ਉਹਨੂੰ ਸੁਜੈਸਟ ਕੀਤਾ ਜਿਹੜਾ ਆਪਾਂ ਸ਼ੁਰੂਆਤ ਦੇ ਵਿੱਚ ਪੜ੍ਹਿਆ ਸੀ। ਅਤੇ ਉਸ ਪਰਸਨ ਨੇ ਇੰਨੀ ਜ਼ਿਆਦਾ ਕੌਨਫੀਡੈਂਸ ਨਾਲ ਗੱਲ ਕੀਤੀ ਵਿਪਨ ਬਾਬੂ ਦੇ ਨਾਲ ਕਿ ਉਹ ਗੱਲ ਵਿਪਨ ਬਾਬੂ ਦੇ ਮਾਈਂਡ ਦੇ ਵਿੱਚ ਘਰ ਕਰ ਗਈ, ਠੀਕ ਹੈ, ਅਤੇ ਉਸ ਨੂੰ ਆਪਣੇ ਜਿਹੜਾ ਮੈਮਰੀ ਲੋਸ ਹੋਣ ਦਾ ਜਿਹੜਾ ਸ਼ੱਕ ਸੀ ਉਸ ਨੂੰ ਮਤਲਬ ਵਿਪਨ ਬਾਬੂ ਦੇ ਮਾਈਂਡ ਦੇ ਵਿੱਚ ਉਹ ਯਕੀਨ ਦੇ ਵਿੱਚ ਬਦਲ ਗਿਆ, ਠੀਕ ਹੈ। ਬਟ ਐਂਡ ਦੇ ਵਿੱਚ ਆ ਕੇ ਚੁੰਨੀ ਲਾਲ ਨੇ ਉਸ ਨੂੰ ਅਸਲੀਅਤ ਜਿਹੜੀ ਸਾਰੀ ਦੱਸਤੀ, ਠੀਕ ਹੈ, ਕਿ ਹਾਂ ਮੈਂ ਸਿਰਫ ਇੱਕ ਪ੍ਰੈਂਕ ਕੀਤਾ ਸੀ ਜਾਂ ਕਹਿ ਲਓ ਵੀ ਮਜ਼ਾਕ ਕੀਤਾ ਸੀ ਜਿਸ ਨੂੰ ਤੂੰ ਸੱਚ ਮੰਨ ਲਿਆ, ਅਤੇ ਤੈਨੂੰ ਇਹ ਯਾਦ ਕਰਾਉਣ ਵਾਸਤੇ ਕਿ ਤੂੰ ਇੰਨਾ ਜ਼ਿਆਦਾ ਅਮੀਰ ਹੋ ਕੇ ਇੱਕ ਛੋਟੀ ਜਿਹੀ ਗੱਲ 'ਤੇ ਯਕੀਨ ਕਰ ਲਿਆ, ਮਤਲਬ ਪੈਸਾ ਤੇਰੇ ਉੱਤੇ ਇੰਨਾ ਹਾਵੀ ਹੋ ਗਿਆ ਕਿ ਤੂੰ ਆਪਣੇ ਫਰੈਂਡਸ ਨੂੰ ਕੁਛ ਨਹੀਂ ਸਮਝਦਾ, ਠੀਕ ਹੈ, ਕਿਸੇ ਦੁਆਰਾ ਕਹੀ ਗਈ ਗੱਲ 'ਤੇ ਤੂੰ ਇੰਨਾ ਜ਼ਿਆਦਾ ਯਕੀਨ ਕਰ ਲਿਆ। ਅਤੇ ਵੈਸੇ ਤੂੰ ਕਰਨ ਨੂੰ ਬਹੁਤ ਕੁਛ ਕਰ ਸਕਦਾ ਸੀ, ਠੀਕ ਹੈ, ਕਿਉਂਕਿ ਇੱਕ ਅਮੀਰ ਪਰਸਨ ਆਪਣੇ ਗਰੀਬ ਫਰੈਂਡ ਦੀ ਮਦਦ ਜ਼ਰੂਰ ਕਰ ਸਕਦਾ, ਠੀਕ ਹੈ, ਬਟ ਉਸ ਦਾ ਮਾਈਂਡ ਸਿਰਫ ਪੈਸਾ ਬਣਾਉਣ 'ਤੇ ਸੀ, ਉਸ ਨੂੰ ਆਪਣੇ ਫਰੈਂਡਸ ਨਜ਼ਰ ਨਹੀਂ ਆ ਰਹੇ ਸੀ, ਅਤੇ ਇਸ ਕਰਕੇ ਉਸ ਨੂੰ ਐਜ਼ ਅ ਪੁਨਿਸ਼ਮੈਂਟ ਚੁੰਨੀ ਲਾਲ ਨੇ ਉਹ ਸਟੋਰੀ ਨੂੰ ਉਸ ਦੇ ਮਾਈਂਡ ਦੇ ਵਿੱਚ ਇੱਕ ਮੂਵੀ ਦੀ ਤਰ੍ਹਾਂ ਬਿਠਾ ਤਾ, ਠੀਕ ਹੈ, ਕਿ ਹਾਂ ਉਹ ਸੱਚੀ ਉਸ ਦੇ ਨਾਲ ਹੋਇਆ ਸੀ। ਬਟ ਜਦੋਂ ਐਂਡ 'ਤੇ ਆ ਕੇ ਮਤਲਬ ਕਿ ਉਸ ਨੂੰ ਪਤਾ ਲੱਗਦਾ ਕਿ ਇਹ ਮਤਲਬ ਕਿ ਚੁੰਨੀ ਲਾਲ ਨੇ ਕੀਤਾ ਸੀ, ਤਾਂ ਫਿਰ ਉਸ ਤੋਂ ਬਾਅਦ ਡਾਕਟਰ ਚੰਦਾ ਨੂੰ ਵੀ ਸੱਦਿਆ ਹੁੰਦਾ, ਠੀਕ ਹੈ, ਵਿਪਨ ਬਾਬੂ ਨੇ। ਸੋ ਹੁਣ ਇਹ ਪੂਰੀ ਗੱਲ ਤਾਂ ਵਿਪਨ ਦੱਸ ਨਹੀਂ ਸਕਦਾ, ਠੀਕ ਹੈ, ਕਿ ਡਾਕਟਰ ਚੰਦਾ ਨੂੰ ਕਿ ਹਾਂ ਮੇਰੇ ਨਾਲ ਇੱਦਾਂ ਦਾ ਕੁਛ ਹੋਇਆ। ਫਿਰ ਉਹ ਜਾਣ ਬੁੱਝ ਕੇ ਕਹਿੰਦਾ ਕਿ ਹਾਂ ਮੇਰੀ ਮੈਮਰੀ ਵਾਪਸ ਆ ਚੁੱਕੀ ਹੈ, ਅਤੇ ਮੈਂ ਮਤਲਬ ਕਿ ਜਦੋਂ ਰਾਂਚੀ ਉਤਰਿਆ ਟ੍ਰੇਨ ਤਾਂ ਸਾਰਾ ਕੁਛ ਮੇਰੀ ਮੈਮਰੀ ਦੇ ਨਾਲ ਸਾਰਾ ਕੁਛ ਵਾਪਸ ਆ ਗਿਆ, ਠੀਕ ਹੈ। ਅਤੇ ਉਸ ਤੋਂ ਬਾਅਦ ਫਿਰ ਜਾਣ ਬੁੱਝ ਕੇ ਕਿ ਹਾਂ ਉਹਨੇ ਫਿਰ ਸੱਦਿਆ ਗਾ ਤੁਸੀਂ ਡਾਕਟਰ ਚੰਦਾ ਨੂੰ, ਫਿਰ ਜਾਣ ਬੁੱਝ ਕੇ ਕਹਿੰਦਾ ਕਿ ਮੇਰੀ ਹਿੱਪ ਦੇ ਵਿੱਚ ਸੱਟ ਲੱਗੀ ਸੀ ਜਿਸ ਦੀ ਪੇਨ ਕਿਲਰ ਲਈ ਉਹਨੇ ਕਾਲ ਕੀਤਾ ਸੀ ਡਾਕਟਰ ਚੰਦਾ ਨੂੰ। ਸੋ ਇਹ ਸੀ ਬੱਚੇ ਆਪਣੀ ਸਟੋਰੀ, ਠੀਕ ਹੈ, ਵਿਪਨ ਚੌਧਰੀ ਸਲੈਪਸ ਆਫ ਮੈਮਰੀ। ਇਸ ਦੇ ਕੁਐਸਚਨ ਆਨਸਰ ਮੈਂ ਤੁਹਾਨੂੰ ਸੈਂਡ ਕਰ ਦਿੱਤੇ ਨੇ, ਠੀਕ ਹੈ। ਇਸ ਦੇ ਕੁਐਸਚਨ ਆਨਸਰ ਦੇਖੋ ਹੁਣ ਤੁਸੀਂ, ਮੈਂ ਤੁਹਾਨੂੰ ਭੇਜੇ ਹੋਏ ਨੇ ਜਿਹੜੇ 2 ਕੁਐਸਚਨ ਇਹ ਨੇਗੇ
ਕੰਪਰੀਹੈਂਸ਼ਨ ਚੈੱਕ ਵਾਲੇ ਵੀ ਤੁਹਾਨੂੰ ਸਾਰੇ ਕੁਐਸਚਨ ਭੇਜੇ ਹੋਏ ਨੇ, ਠੀਕ ਹੈ, ਐਕਸਰਸਾਈਜ਼ ਵਾਲੇ ਵੀ ਜਿਹੜੇ ਮੈਂ ਤੁਹਾਨੂੰ ਸੈਂਡ ਕੀਤੇ ਹੋਏ ਨੇਗੇ। ਐਕਸਰਸਾਈਜ਼ ਦਾ ਕੋਈ ਕੁਐਸਚਨ ਹੀ ਨਹੀਂ ਹੈਗਾ, ਠੀਕ ਹੈ। ਜੋ ਵੀ ਇੰਪੋਰਟੈਂਟ ਕੁਐਸਚਨ ਨੇ ਤੁਹਾਨੂੰ ਭੇਜੇ ਹੋਏ ਨੇ ਉਹ ਸਾਰੇ ਆਪਣੀ ਨੋਟਬੁੱਕ ਦੇ ਵਿੱਚ ਰਾਈਟ ਕਰ ਲਿਓ। ਅਤੇ ਮਤਲਬ ਕਿ ਜਿਹੜਾ ਪੈਟਰਨ ਹੈ, ਠੀਕ ਹੈ, ਕੁਐਸਚਨ ਆਨਸਰਸ ਦਾ, ਮੰਨ ਲਓ ਹੁਣ ਕੰਪਰੀਹੈਂਸ਼ਨ ਚੈੱਕ ਦੇ 2 ਕੁਐਸਚਨ ਇੱਥੇ ਸੀਗੇ, ਆਹ ਸੀਗੇ ਜਿੱਦਾਂ 3 ਕੁਐਸਚਨਸ ਨੇ ਇਹ, ਠੀਕ ਹੈ। 3 ਕੁਐਸਚਨ ਨੀਚੇ ਇਹਨਾਂ 3 ਦੇ ਆਨਸਰ ਲਿਖੇ ਹੋਣਗੇ, ਫਿਰ ਉਸ ਤੋਂ ਬਾਅਦ ਨੈਕਸਟ ਕੁਐਸਚਨ ਨੇ ਉਹਨਾਂ ਦੇ ਨੀਚੇ ਹੀ ਉਹਨਾਂ ਦੇ ਆਨਸਰ ਲਿਖੇ ਹੋਣਗੇ। ਇਹ ਸੀਗਾ ਪੈਟਰਨ। ਕਾਫੀ ਬੱਚੇ ਕਾਲ ਕਰਕੇ ਜਾਂ ਮੈਸੇਜ ਕਰਕੇ ਪੁੱਛ ਰਹੇ ਸੀ ਕਿ ਇਹ ਕਿੱਦਾਂ ਕਰਨਾ, ਠੀਕ ਹੈ। ਸੋ ਇਹ ਤੁਹਾਨੂੰ ਮੈਂ ਦੱਸਿਆ ਹੋਇਆ ਗਾ, ਠੀਕ ਹੈ ਬੱਚੇ। ਥੈਂਕ ਯੂ।